Everyone, today will be discussions topic NEP 2020 National Education Policy 2020 ਜੋ ਕਿ 29 ਜੁਲਾਈ 2020 ਨੂੰ ਲਾਗੂ ਕੀਤੀ ਗਈ। ਕਿਸ ਦੇ ਦੁਆਰਾ? ਕੇਂਦਰੀ ਮੰਤਰੀ ਮੰਡਲ ਦੁਆਰਾ। ਇਹ ਕੀ ਹੈ? ਨੈਸ਼ਨਲ ਐਜੂਕੇਸ਼ਨ ਪਾਲਿਸੀ। ਇਸ ਦੇ ਹੈਡ ਕੌਣ ਸਨ? ਡਾਕਟਰ ਕੇ ਕਸਤੂਰੀ ਰੰਗਨ। ਔਰ ਇਹ ਕਸਤੂਰੀ ਰੰਗਨ ਰਿਪੋਰਟ ਦੇ ਨਾਲ ਵੀ ਰਿਲੇਟਡ ਹੈ ਜੋ ਕਿ ਇਸਰੋ ਹੈਡ ਹਨ। इसकी थीम की है फाउंडेशंस लिटरेसी एंड न्यूमरेसी एजुकेट इनकर्स इनलाइटमेंट। ये थीम बहुत इंपॉर्टेंट है और क्वेश्चन आंदी भी है। इसके 5 पिलर ਕਿਹੜੇ ਹਨ? ਐਨਈਪੀ ਦੇ ਅਫੋਰਡੇਬਿਲਟੀ, ਸਮਰੱਥਾ, ਅਸੈਸबिलिटी, ਪਹੁੰਚਯੋਗਤਾ, ਕੁਆਲਿਟੀ, ਗੁਣਵੱਤਾ, ਇਕੁਇਟੀ, ਇਨਸਾਫ ਔਰ ਕਾਊਂਟੇਬਿਲਿਟੀ, ਜਵਾਬਦੇਹੀ। ਇਹ ਇਸ ਦੇ 5 ਪਿਲਰ ਹਨ। ਕਿਹੜੇ? ਅਫੋਰਡੇਬਿਲਟੀ, ਅਸੈਸबिलिटी, क्वालिटी, इक्विटी एंड अकाउंटेबिलिटी। नेक्स्ट की है इसका पेडागोजिकल स्ट्रक्चर्स 5+3+3+4। एनईपी 2020 ਦੀ ਜੋ ਫਸਟ ਸਟੇਜ ਹੈ ਅਕੋਰਡਿੰਗ ਟੂ ਸਟਰਕਚਰਸ 5th, ਤਾਂ ਇਸ ਦੀ ਜੋ ਫਸਟ ਸਟੇਜ ਹੈ ਫਾਊਂਡੇਸ਼ਨਲ ਸਟੇਜ ਕਿੰਨੇ ਸਾਲ ਦੀ ਹੈ? 5 ਸਾਲ ਦੀ। ਇਹ ਕਿਸ ਏਜ ਤੋਂ ਸ਼ੁਰੂ ਹੋ ਜਾਏਗੀ? ਇਹ 3 ਸਾਲ ਤੋਂ ਸ਼ੁਰੂ ਹੋ ਜਾਏਗੀ ਤੇ 8 ਸਾਲ ਤੱਕ ਚੱਲੇਗੀ। यानी कि बच्चा नर्सरी, एलकेजी, यूकेजी आफ्टर फर्स्ट और सेकंड 8 साल, ये 3 साल तो शुरू होकर 8 साल तक रहेगी और इसਨੂੰ केड़ी स्टेज कहा जाएगा? फाउंडेशनल स्टेज। ਤਾਂ ਕੀ ਹੈ ਕਿ ਫਾਊਂਡੇਸ਼ਨਲ ਸਟੇਜ ਕਿਸ ਏਜ ਤੋਂ ਸ਼ੁਰੂ ਹੁੰਦੀ ਹੈ? ਤਾਂ 3 ਸਾਲ ਤੋਂ 8 ਸਾਲ ਤੱਕ। ਜੇ ਉਹ ਕਲਾਸ ਪੁੱਛੇ ਤਾਂ ਸੈਕਿੰਡ ਕਲਾਸ ਤੱਕ। प्रिपेटरी स्टेज सेकंड स्टेज केड़ी है? प्रिपेटरी। फर्स्ट फाउंडेशनल स्टेज, सेकंड प्रिपेटरी स्टेज जो कि 3 ਸਾਲ ਦੀ ਹੈ। ਇਹ ਏਜ ਕਿਸ ਤੋਂ ਸ਼ੁਰੂ ਹੋਏਗੀ? 8 ਤੋਂ 11 ਯਾਨੀ ਕਿ 3rd ਟੂ 5th ਕਲਾਸ। 5th ਕਲਾਸ ਤੱਕ ਬੱਚੇ ਲਈ ਮਦਰ ਟੰਗ ਵਿੱਚ ਸਟੱਡੀ ਕਰਵਾਉਣੀ ਕੰਪਲਸਰੀ ਹੈ ਅਕੋਰਡਿੰਗ ਟੂ ਐਨਈਪੀ। ਕਿਉਂ? ਕਿਉਂਕਿ ਮਦਰ ਟੰਗ ਦੇ ਰਾਹੀਂ ਜਦੀ ਬੱਚਾ ਅੰਡਰਸਟੈਂਡਿੰਗ ਕਰਦਾ ਤਾਂ ਈਜ਼ਲੀ ਸਮਝ ਜਾਂਦਾ, ਅਦਰਵਾਈਜ਼ ਉਹ ਚੀਜ਼ ਨੂੰ ਬਰਡਨ ਲੈ ਲੈਂਦਾ ਹੈ ਕਿਸੇ ਵੀ ਐਜੂਕੇਸ਼ਨ ਨੂੰ। ਇਸ ਲਈ ਸਜੈਸਟਡ ਬਾਈ ਐਨਈਪੀ 2020 ਕਿ 5th क्लास तक बच्चे ਨੂੰ मदर टंग तक ही स्टडी करवाई जाए। और थर्ड स्टेज एक है सेकंड स्टेज प्रिपरेटरी स्टेज। थर्ड की है मिडल स्टेज, ये भी 3 साल ਦੀ ਹੈ ਔਰ ਕਿਸ ਏਜ ਤੋਂ ਸ਼ੁਰੂ ਹੋ ਜਾਏਗੀ? 11 ਟੂ 14 ਇਅਰਸ। ਇਹ ਸ਼ੁਰੂ ਹੋਏਗੀ 6th ਕਲਾਸ ਟੂ 8th ਕਲਾਸ ਯਾਨੀ ਕਿ 6th ਕਲਾਸ ਦਾ ਬੱਚਾ ਕਿੰਨੇ ਸਾਲ ਦਾ ਹੋਏਗਾ? 11 ਇਅਰਸ ਦਾ। ਤੇ 6th ਕਲਾਸ ਤੋਂ ਫਿਰ ਇੰਟਰਨਸ਼ਿਪ ਵੀ ਇਹਨਾਂ ਦੀ ਸਟਾਰਟ ਹੋ ਜਾਏਗੀ, ਕੋਡਿੰਗ ਡੀਕੋਡਿੰਗ, ਵੋਕੇਸ਼ਨਲ ਐਜੂਕੇਸ਼ਨਸ। ਇਹ ਕਿਸ ਲਈ ਕਰ ਰਹੇ ਨੇ? ਟੈਕਨੀਕਲ ਨੌਲੇਜ ਦੇ ਲਈ ਕਿ ਬੱਚੇ ਨੂੰ ਕ੍ਰੈਮ ਦੇ ਨਾਲੋਂ ਲਰਨਿੰਗ ਬਾਈ ਡੂਇੰਗ ਕਰਵਾਇਆ ਜਾਏ। उसकी इंटर्नशिप किस क्लास तो स्टार्ट हो जाएगी? 6 ਤੋਂ। ਕੋਡਿੰਗ ਡੀਕੋਡਿੰਗ ਇਹ ਕੁਐਸਚਨ ਆਸਕ ਕਰਦਾ ਹੈ ਕਿ ਐਨਈਪੀ 20 ਦੇ ਅਕੋਰਡਿੰਗ ਬੱਚੇ ਦੀ ਇੰਟਰਨਸ਼ਿਪ ਕਿਸ ਕਲਾਸ ਤੋਂ ਸਟਾਰਟ ਹੁੰਦੀ ਹੈ? ਤਾਂ 6 ਤੋਂ। ਔਰ ਮਦਰ ਟੰਗ 5th ਤੋਂ। ਇਹ ਕੁਐਸਚਨ ਆਸਕ ਹੁੰਦਾ ਹੈ। ਔਰ ਵੋਕੇਸ਼ਨਲ ਐਜੂਕੇਸ਼ਨਸ ਵੀ ਇਸ ਦੀ 6 ਕਲਾਸ ਤੋਂ ਸਟਾਰਟ ਹੋਏਗੀ। ਨੈਕਸਟ 4th ਸਟੇਜ ਕਿਹੜੀ ਹੈ? ਸੈਕੰਡਰੀ ਸਟੇਜ। ਸੈਕੰਡਰੀ ਸਟੇਜ ਕਿੰਨੇ ਸਾਲ ਦੀ ਹੈ? 4 ਸਾਲ ਦੀ। ਜਿਵੇਂ ਕਿ ਅਸੀਂ ਪਿੱਛੇ ਦੇਖਿਆ ਫਾਊਂਡੇਸ਼ਨਲ ਸਟੇਜ 5 ਈਅਰ, ਪ੍ਰੀਪੇਟਰੀ ਸਟੇਜ 3 ਈਅਰ ਔਰ ਮਿਡਲ ਸਟੇਜ ਵੀ 3 ਈਅਰ। ਨੈਕਸਟ ਸੈਕੰਡਰੀ ਸਟੇਜ ਇਹ ਹੈ 4 ਈਅਰ ਯਾਨੀ ਕਿ 14 ਟੂ 18 ਈਅਰਸ। ਇਨ 9 ਟੂ +2 ਕਲਾਸ ਇੱਥੋਂ ਸਟਾਰਟ ਹੋਏਗੀ ਯਾਨੀ ਕਿ +2 ਕਲਾਸ ਤੱਕ 9 ਟੂ +2। 9th ਕਲਾਸ ਦੇ ਵਿੱਚ ਸਮੈਸਟਰ ਸਿਸਟਮ ਸਟਾਰਟ ਹੋ ਜਾਏਗਾ ਅਕੋਰਡਿੰਗ ਟੂ ਐਨਈਪੀ 2020। ਇਹ ਵੀ ਕੁਐਸਚਨ ਆਸਕ ਹੁੰਦਾ ਹੈ ਕਿ ਸਟੂਡੈਂਟਸ ਦਾ ਐਨਈਪੀ 2020 ਦੇ ਅਕੋਰਡਿੰਗ ਕਿਹੜੀ ਕਲਾਸ ਤੋਂ ਸਮੈਸਟਰ ਸਿਸਟਮ ਸਟਾਰਟ ਹੁੰਦਾ ਹੈ? ਤਾਂ 9th ਕਲਾਸ ਤੋਂ। ਜਿਵੇਂ ਕਿ ਪਿੱਛੇ ਅਸੀਂ ਦੇਖਿਆ ਕਿ ਇੰਟਰਨਸ਼ਿਪ, ਕੋਡਿੰਗ ਡੀਕੋਡਿੰਗ, ਵੋਕੇਸ਼ਨਲ ਐਜੂਕੇਸ਼ਨ 6 ਕਲਾਸ ਤੋਂ, ਸਮੈਸਟਰ ਸਿਸਟਮ 9th ਕਲਾਸ ਤੋਂ ਔਰ ਮਦਰ ਟੰਗ ਤੱਕ ਬੱਚੇ ਨੇ ਕਿਹੜੀ ਕਲਾਸ ਤੱਕ ਯਾਨੀ ਕਿ ਹੋਏਗੀ? ਮਦਰ ਟੰਗ 5th ਕਲਾਸ। और नेक्स्ट की है कुछ important informations according to NEP 2020। secondary education gross enrollment ratio कितना हो जाएगा? 100% 2030 तक। भी 2030 तक secondary education gross enrollment ratio कितना करना है? तो 100%। और higher education institutions multidisciplinary 2040 तक। higher education councils commissions of India
ਸਿੰਗਲ ਰੈਗੂਲੇਟਰੀ ਫॉर ਹਾਇਰ ਐਜੂਕੇਸ਼ਨ ਯਾਨੀ ਕਿ HECI ਦੀ ਫੁੱਲ ਫਾਰਮ ਉਹ ਤੁਹਾਨੂੰ ਇੱਥੇ ਪੁੱਛਦਾ ਹੈ ਤਾਂ ਕੀ ਹੈ ਹਾਇਰ ਐਜੂਕੇਸ਼ਨ ਕਮਿਸ਼ਨਸ ਆਫ ਇੰਡੀਆ, ਜੋ ਕਿ ਸਿੰਗਲ ਰੈਗੂਲੇਟਰ ਹੋਏਗੀ ਹਾਇਰ ਐਜੂਕੇਸ਼ਨ ਦੀ, ਜਿਵੇਂ AICTE NCTE ਔਰ ਯੂਜੀਸੀ ਦੇ ਲਈ ਬਸ ਇੱਕ ਸਿੰਗਲ ਰੈਗੂਲੇਟਰੀ ਬੋਡੀ ਹੋਏਗੀ, ਉਹ ਕਿਹੜੀ ਹੋਏਗੀ HECI, ਜਿਸ ਦੀ ਫੁੱਲ ਫਾਰਮ ਹੈ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ, ਮੋਸਟ ਇੰਪੋਰਟੈਂਟ ਫੁੱਲ ਫਾਰਮ ਹੈ। ਔਰ ਇਸ ਦਾ ਹਾਇਰ ਐਜੂਕੇਸ਼ਨ ਦਾ ਗਰੋਸ ਇਨਰੋਲਮੈਂਟ ਰੇਸ਼ੀਓ ਕਿੰਨਾ ਹੋਣਾ ਚਾਹੀਦਾ ਹੈ 50%, ਕਦੋਂ ਤੱਕ 2035 ਤੱਕ, यानी कि 2035 तक हायर एजुकेशन का ग्रोस इनरोलमेंट रेशियो 50% होना चाहिए है और ਸੈਕੰਡਰੀ ਐਜੂਕੇਸ਼ਨ ਦਾ ਗਰੋਸ ਇਨਰੋਲਮੈਂਟ ਰੇਸ਼ੀਓ 2030 ਤੱਕ 100% ਹੋਣਾ ਚਾਹੀਦਾ ਹੈ। ਇਹ ਪੁੱਛ ਹੀ ਲੈਂਦਾ ਮੋਸਟ ਇੰਪੋਰਟੈਂਟ। ਫਿਰ ਉਹ ਕਹਿੰਦਾ ਹੈ ਕਿ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਮਲਟੀਡਿਸਪਲਿਨਰੀ ਕਦੋਂ ਤੱਕ ਹੋਏਗਾ ਤਾਂ 2040 ਤੱਕ। ਨੈਕਸਟ ਇਸ ਤੇ HEC ਦੇ ਅੱਗੋਂ ਫਿਰ ਇਹਨਾਂ ਨੇ 4 ਵਹੀਕਲਸ ਬਣਾਏ ਹਨ, ਜੋ ਕਿ ਹਾਇਰ ਐਜੂਕੇਸ਼ਨ ਕਾਉਂਸਲ ਕਮਿਸ਼ਨਸ ਆਫ ਇੰਡੀਆ ਦੇ ਕਿਹੜੇ 4 ਵਰਟੀਕਲਸ ਹਨ ਤਾਂ NHERC नेशनल हायर एजुकेशन रेगुलेटरी काउंसिल्स, और नेक्स्ट की है NAC नेशनल एक्रेडिटेशन काउंसिल्स, नेक्स्ट हायर एजुकेशन ग्रांट GC यानी कि ਹਾਇਰ ਐਜੂਕੇਸ਼ਨ ਗ੍ਰਾਂਟ ਕਾਉਂਸਲਸ, ਇਹਨਾਂ ਦੀ ਫੁੱਲ ਫਾਰਮ ਆਣੀ ਚਾਹੀਦੀ ਹੈ ਤੁਹਾਨੂੰ, ਜਿਵੇਂ NHERC NAC HEGC ਹਾਇਰ ਐਜੂਕੇਸ਼ਨ ਗ੍ਰਾਂਟ ਕਾਉਂਸਲਸ ਜੋ ਗ੍ਰਾਂਟ ਦੇਗੀ, GEC जनरल एजुकेशन काउंसिल जो कि एकेडमिक स्टैंडर्ड सेटिंग करेगी, और नेक्स्ट NAC जो कि नेशनल एक्रेडिटेशन काउंसिल क्वालिटी ਨੂੰ ਚੈੱਕ ਕਰੇਗੀ, ਔਰ ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਕਾਉਂਸਿਲ ਇਹ ਸਾਰੇ ਰੂਲ ਰੈਗੂਲੇਸ਼ਨਸ ਨੂੰ ਫੋਲੋ ਕਰੇਗੀ। ਤਾਂ ਇਹ ਕਿਸ ਦੇ ਵਿੱਚ ਸਨ HECI ਦੇ ਅੱਗੋਂ ਨੈਕਸਟ ਪਾਰਟ ਹਨ, ਜਿਵੇਂ ਕਿ NHERC NAC HEGC और GEC जनरल एजुकेशन काउंसिल्स, और कुछ सम इम्पोर्टेंट फुल फॉर्म रिलेटेड टू NEP NRF नेशनल रिसर्च फ्रेमवर्क मेरू MERU ਮਲਟੀ ਡਿਸਪਲਿਨਰੀ ਐਜੂਕੇਸ਼ਨ ਐਂਡ ਰਿਸਰਚ ਯੂਨੀਵਰਸਿਟੀ। ਇਹਨਾਂ ਸਾਰਿਆਂ ਦੀ ਉਹ ਫੁੱਲ ਫਾਰਮ ਪੁੱਛਦਾ ਹੈ, ਜਿਵੇਂ NHERC ਦੀ ਫੁੱਲ ਫਾਰਮ ਕੀ ਹੈ ਤਾਂ ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਕਾਉਂਸਲ, HEGC ਦੀ ਫੁੱਲ ਫਾਰਮ ਹਾਇਰ ਐਜੂਕੇਸ਼ਨ ਗ੍ਰਾਂਟ ਕਾਉਂਸਲ, और NRF नेशनल रिसर्च फ्रेमवर्क मेरू ਦੀ ਮਲਟੀ ਡਿਸਪਲਿਨਰੀ ਐਜੂਕੇਸ਼ਨ ਐਂਡ ਰਿਸਰਚ ਯੂਨੀਵਰਸਿਟੀ। ਇਹ ਮੋਸਟ ਇੰਪੋਰਟੈਂਟ NEP 2020 ਜੋ ਕਿ ਸਟੂਡੈਂਟਸ ਨੂੰ ਐਗਜ਼ਾਮ ਦੇ ਵਿੱਚ ਪੁੱਛੀ ਹੀ ਜਾਂਦੀ ਹੈ। ਥੈਂਕ ਯੂ, ਪਲੀਜ਼ ਇਸ ਨੂੰ ਫੋਲੋ ਕਰਿਓ, ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਫॉर ऑल।